ਐ ਬੰਦੇ ਕਾਤੋਂ ਉਸ ਕੱਲ ਦੀਆਂ ਫਿਕਰਾਂ ਵਿੱਚ ਝੂਰਦਾ ਏ ਜੋ ਕੱਲ ਕਦੇ ਵੀ ਆਉਂਦਾ ਨਹੀਂ, ਪਰ ਜੋ ਕੱਲ ਸੁਨਿਸ਼ਚਿਤ ਆਉਣਾ ਏ ਕਿਉਂ ਉਸ ਕੱਲ ਲਈ ਕਰਮ ਕਮਾਉਂਦਾ ਨਹੀਂ। ਤੂੰ ਫਿਰੇ ਸੰਸਾਰਕ ਕੱਲ ਸਵਾਰਦਾ ਕਿਉਂ ਤੈਨੂੰ ਮੌਤੋਂ ਉਪਰੰਤ ਦਾ ਖੌਫ ਡਰਾਉਂਦਾ ਨਹੀਂ। ਉਸ ਕੱਲ ਵਿੱਚ ਉਹ ਬੇਜ਼ਾਰ ਹੁੰਦਾ ਏ ਸੂਖਮਾ ਜੋ ਵਿੱਚ ਅੱਜ ਦੇ ਸਾਹਿਬ ਧਿਆਉਂਦਾ ਨਹੀਂ, ਜੋ ਵਿੱਚ ਅੱਜ ਦੇ ਸਾਹਿਬ ਧਿਆਉਂਦਾ ਨਹੀਂ। ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਸੁਨਿਸ਼ਚਿਤ ਕੱਲ। ਇਨਸਾਨ ਦੇ ਜੀਵਨ ਕਾਲ ਨਾਲ ਜੁੜੇ 3 ਕਾਲ ਭੂਤ, ਵਰਤਮਾਨ ਤੇ ਭਵਿੱਖ। ਇਨ੍ਹਾਂ ਤਿੰਨਾਂ ਕਾਲਾਂ ਦੀ ਸਾਂਝੀ ਕਲਾਕਿਰਤੀ ਵਿੱਚ ਹੀ ਚੱਲਦੀ ਹੈ ਇਨਸਾਨ ਦੀ ਜੀਵਨ ਖੇਡ। ਪਰ ਇਨ੍ਹਾਂ ਤਿੰਨਾਂ ਕਾਲਾਂ ਵਿੱਚੋਂ ਇਨਸਾਨ ਦੀ ਜ਼ਿਆਦਾਤਰ ਖਿੱਚ ਭਵਿੱਖ ਕਾਲ ਦੀ ਭਾਵ ਕੇ ਆਉਣ ਵਾਲੇ ਕੱਲ ਦੀ ਹੁੰਦੀ ਹੈ। ਵਰਤਮਾਨ ਕਾਲ 'ਚ ਸਾਹ ਭਰਦਾ ਬੰਦਾ ਸੋਚ ਕਰਕੇ ਪਾਣੀ ਹਮੇਸ਼ਾ ਭਵਿੱਖ ਕਾਲ ਦਾ ਭਾਵ ਕੇ ਆਉਣ ਵਾਲੇ ਕੱਲ ਦਾ ਹੀ ਭਰਦਾ ਹੈ, ਕਿਉਂਕਿ ਆਉਣ ਵਾਲੇ ਕੱਲ ਦੀ ਸੋਚ ਨੇ ਤਕਰੀਬਨ ਮੁੱਢ ਕਦੀਮ ਤੋਂ ਹੀ ਇਨਸਾਨੀ ਮਾਨਸਿਕਤਾ ਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ ਹੈ। ਅੱਜ ਵਿੱਚ ਭਾਵ ਕੇ ਪ੍ਰੈਜ਼ੈਂਟ ਸਿਚੁਏਸ਼ਨ ਵਿੱਚ ਵੀ ਖੜਾ ਇਨਸਾਨ ਮਨ ਕਰਕੇ ਤਰਕੀਬਾਂ ਕੱਲ ਨੂੰ ਭਾਵ ਕੇ ਆਪਣੇ ਆਉਣ ਵਾਲੇ ਸਮੇਂ ਨੂੰ ਬਿਹਤਰ ਕਰਨ ਦੀਆਂ ਹੀ ਘੜਦਾ ਹੈ। ਜੇ ਵੇਖਿਆ ਜਾਵੇ ਤਾਂ ਇਨਸਾਨ ਹਰ ਪਲ ਹਰ ਘੜੀ ਆਉਣ ਵਾਲੇ ਕੱਲ ਲਈ ਚਿੰਤਿਤ ਰਹਿੰਦਾ ਹੈ। ਤਨ ਤੋਂ ਲੈ ਕੇ ਮਨ ਮਾਨਸਿਕਤਾ ਤੱਕ ਇਨਸਾਨ ਦੀ ਸੁਰਤੀ ਬਿਰਤੀ ਚੱਤੇ ਪੈਰ ਆਉਣ ਵਾਲੇ ਕੱਲ ਨੂੰ ਸਵਾਰਨ ਵਿੱਚ ਲੱਗੀ ਰਹਿੰਦੀ ਹੈ। ਇਸ ਲਈ ਇਸ ਦੇ ਦਿਲ ਦਿਮਾਗ ਅੰਦਰ ਚਿੰਤਨ ਵੀ ਆਉਣ ਵਾਲੇ ਕੱਲ ਨੂੰ ਸਵਾਰਨ ਦਾ ਹੀ ਚੱਲਦਾ ਹੈ। ਬਚਪਨ ਤੋਂ ਹੀ ਇੱਕ ਨਿੱਕੇ ਬੱਚੇ ਨੂੰ ਮਾਂ-ਬਾਪ ਵੱਲੋਂ ਘਰ ਦੇ ਵੱਡਿਆਂ ਵੱਲੋਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਪਾਕਟ ਮਨੀ ਸੰਭਾਲ ਕੇ ਰੱਖਣ ਦੀ ਸਮਝ ਨਾਲ ਖਾਣ ਪੀਣ ਦੀਆਂ ਵਸਤਾਂ ਆਦਿ ਨੂੰ ਸਾਂਭ ਕੇ ਰੱਖਣ ਦੀ ਜੁਗਤ ਨਾਲ ਕੱਲ ਲਈ ਸੇਵਿੰਗ ਕਰਨੀ ਸਿਖਾਈ ਜਾਂਦੀ ਹੈ, ਤਾਂ ਜੋ ਬੱਚੇ ਅੰਦਰ ਆਪਣੇ ਆਉਣ ਵਾਲੇ ਕੱਲ ਨੂੰ ਸਿਕਿਉਰ ਕਰਨ ਲਈ ਇਕੱਠਾ ਕਰਕੇ ਰੱਖਣ ਦੀ ਸਮਝ ਉਤਾਰਾ ਕਰ ਲਏ। ਘਰ 'ਚ ਭਰੇ ਕਣਕ ਦੇ ਡਰਮ, ਚੌਲਾਂ ਦੀਆਂ ਡਰਮੀਆਂ, ਬੈਂਕ ਦੇ ਸੇਵਿੰਗ ਖਾਤਿਆਂ ਵਿੱਚ ਪਈ ਰਕਮ, ਜ਼ਮੀਨ ਜਾਇਦਾਦ ਆਦਿ ਦੀਆਂ ਸਾਂਭੀਆਂ ਰਜਿਸਟਰੀਆਂ, ਇੰਤਕਾਲ ਸਭ ਕੱਲ ਸਵਾਰਨ ਦੀਆਂ ਜੁਗਤਾਂ ਨੇ, ਜੁਗਾੜ ਨੇ। ਇੱਥੋਂ ਤੱਕ ਸਸਤੇ ਭਾਅ ਮਿਲਦੀ ਚੀਜ਼ ਵਸਤ, ਸੋਨਾ ਚਾਂਦੀ, ਗਹਿਣਾ ਗੱਟਾ ਬਿਨਾਂ ਜ਼ਰੂਰਤ ਦੇ ਅੱਜ ਹੀ ਖਰੀਦ ਕੇ ਕੋਲ ਰੱਖ ਲੈਣਾ ਤੇ ਕਹਿਣਾ ਚੱਲ ਕੋਈ ਨਾ ਕੱਲ ਕੰਮ ਆਏਗਾ ਵਰਗੀਆਂ ਹੋਰ ਵੀ ਅਨੇਕਾਂ ਨਿੱਕੀਆਂ-ਨਿੱਕੀਆਂ ਗੱਲਾਂ ਹਨ ਜੋ ਇਹ ਸਿੱਧ ਕਰਦੀਆਂ ਹਨ ਕਿ ਇਨਸਾਨ ਭਵਿੱਖ ਲਈ ਭਾਵ ਕੇ ਆਉਣ ਵਾਲੇ ਕੱਲ ਲਈ ਚਿੰਤਤ ਹੈ। ਪਰ ਕਿਸ ਕੱਲ ਲਈ? ਉਸ ਕੱਲ ਲਈ ਜਿਸ ਦੇ ਆਉਣ ਨਾ ਆਉਣ ਤੋਂ ਇਹ ਬੇਖਬਰ ਹੈ। ਇੱਕ ਗੱਲ ਬੋਲੀ ਜਾਂਦੀ ਹੈ ਕਿ ਇਹ ਜਿਸਮ ਸਾਹਾਂ ਦਾ ਘੋੜਾ ਹੈ, ਸਾਹ ਚੱਲਦੇ ਨੇ ਤਾਂ ਇਹ ਚੱਲਦਾ ਹੈ, ਤੇ ਫਿਰ ਜਿਸ ਦਿਨ ਸਾਹ ਰੁਕ ਗਏ ਉਸ ਦਿਨ ਇੰਨੇ ਨਾ ਚਾਹੁੰਦਿਆਂ ਹੋਇਆਂ ਵੀ ਢੇਰ ਹੋ ਜਾਣਾ ਹੈ, ਭਾਵ ਕਿ ਖਤਮ ਹੋ ਜਾਣਾ ਹੈ। ਕਿਤੇ ਨਾ ਕਿਤੇ ਅਸੀਂ ਸਾਰੇ ਇੱਕ ਗੱਲ ਜਾਣਦੇ ਹਾਂ ਕਿ ਸਾਡੀ ਕੱਲ ਕੰਮ ਆਏਗੀ ਵਾਲੀ ਟੈਗਲਾਈਨ ਦੇ ਹੇਠਾਂ ਇਕੱਠੀ ਕਰਕੇ ਰੱਖੀ ਹਰ ਵਸਤ ਦੀ ਮਿਆਦ ਸਾਡੀ ਸਾਹਾਂ ਦੀ ਮਿਆਦ ਤੱਕ ਦੀ ਹੈ। ਜਿਸ ਦਿਨ ਸਾਡੇ ਸਾਹ ਮੁੱਕ ਜਾਣੇ ਨੇ ਉਸ ਦਿਨ ਸਹੀ ਸਲਾਮਤ ਕੋਲ ਪਈ ਵਸਤ ਵੀ ਸਾਡੀ ਵਰਤੋਂ ਤੋਂ ਬਾਹਰ ਹੋ ਜਾਣੀ ਹੈ, ਭਾਵ ਕਿ ਸਾਡੇ ਲਈ ਬੇਕਾਰ ਹੋ ਜਾਣੀ ਹੈ। ਤੇ ਫਿਰ ਕਿਸ ਕੱਲ ਦੇ ਮੱਦੇਨਜ਼ਰ ਅਸੀਂ ਆਪਣਾ ਅੱਜ ਸੋਚਾਂ, ਚਿੰਤਾਵਾਂ ਤੇ ਪਰੇਸ਼ਾਨੀਆਂ ਵਿੱਚ ਲੰਘਾਈ ਜਾ ਰਹੇ ਹਾਂ। ਜੇ ਚਿੰਤਾ ਕਰਨੀ ਏ, ਜੇ ਸੋਚਣਾ ਏ ਤਾਂ ਉਸ ਕੱਲ ਦਾ ਸੋਚੀਏ ਜਿਸ ਕੱਲ ਦਾ ਆਉਣਾ ਸਾਡੇ ਭਰੇ ਪਹਿਲੇ ਦਮ ਨਾਲ ਜਾਂ ਸ਼ਾਇਦ ਸਾਡੇ ਵਜੂਦ ਦੀ ਸਿਰਜਣਾ ਕਰਨ ਲਈ ਹੋਂਦ ਵਿੱਚ ਆਏ ਪਹਿਲੇ ਸੈੱਲ ਦੀ ਪਹਿਲੀ ਕਿਰਿਆ ਨਾਲ ਹੀ ਸੁਨਿਸ਼ਚਿਤ ਹੋ ਗਿਆ ਸੀ, ਕਿਉਂਕਿ ਗੁਰੂ ਗੁਰਬਾਣੀ ਫਰਮਾਨ ਹੈ ਮਰਨ ਲਿਖਾਏ ਮੰਡਲ ਮਹਿ ਆਏ। ਇਸ ਲਈ ਜੇ ਫਿਕਰਮੰਦ ਹੋਣਾ ਹੈ ਤਾਂ ਉਸ ਕੱਲ ਲਈ ਹੋਈਏ ਜਿਸ ਕੱਲ ਅਸੀਂ ਇਹ ਸੰਸਾਰ ਛੱਡਣਾ ਹੈ ਤੇ ਸਾਡੀ ਉਹ ਅਗੇਰੀ ਯਾਤਰਾ ਸ਼ੁਰੂ ਹੋਣੀ ਹੈ, ਜਿਸ ਯਾਤਰਾ 'ਚ ਅਸੀਂ ਖਾਲੀ ਖੀਸੇ ਲੈ ਇਕੱਲੇ ਮੁਸਾਫਰ ਬਣ ਤੁਰਨਾ ਹੈ। ਕਿਉਂਕਿ ਗੁਰੂ ਗੁਰਬਾਣੀ ਫਰਮਾਨ ਹੈ ਏਕਸ ਹਰ ਕੇ ਨਾਮ ਬਿਨ ਅੱਗੇ ਲਹੀਏ ਖੋ। ਗੁਰੂ ਗੁਰਬਾਣੀ ਦੀ ਸਿਧਾਂਤਕ ਸਮਝ ਨਾਲ, ਰੂਹਾਨੀਅਤ ਦੀ ਰੂਹਦਾਰੀ ਨੂੰ ਪ੍ਰਫੁੱਲਤ ਕਰਦੀ ਅਕਲ ਨਾਲ ਜੇ ਘੋਖ ਕੇ ਵੇਖੀਏ ਤਾਂ ਅਸਲ ਵਿੱਚ ਇਨਸਾਨ ਨਾਮੀ ਪਰਿੰਦੇ ਦਾ ਜੀਵਨ ਤੇ ਜੀਵਨ ਕਿਰਿਆ ਦਾ ਹਰ ਕਰਮ ਉਸ ਆਉਣ ਵਾਲੇ ਸੁਨਿਸ਼ਚਿਤ ਕੱਲ ਨੂੰ ਮਹਿਫੂਜ਼, ਸੇਫ ਤੇ ਸਾਫ਼ ਕਰਨ ਦਾ ਇੱਕ ਯਤਨ ਹੈ। ਕਿਉਂਕਿ ਭਵਿੱਖ ਕਾਲ ਦੀ ਚਾਲ 'ਚ ਚਲਾਇਮਾਨ ਕੱਲ ਵਰਤਮਾਨ ਕਾਲ ਅੱਗੇ ਖੜਾ ਮਹਿਜ਼ ਇੱਕ ਲਫ਼ਜ਼ੀ ਕਾਲ ਹੈ, ਜਿਸ ਦਾ ਵਾਸਤਵਿਕ ਰੂਪ ਹਮੇਸ਼ਾ ਵਰਤਮਾਨ ਹੋ ਕੇ ਹੀ ਜ਼ਾਹਰ ਹੁੰਦਾ ਹੈ। ਸੋ ਅਖੀਰ ਵਰਤਮਾਨ ਰੂਪ ਵਿੱਚ ਜ਼ਾਹਰ ਹੁੰਦੇ ਕੱਲ ਨੂੰ ਆਉਣ ਵਾਲੇ ਕਾਲਪਨਿਕ ਕੱਲ ਦੀਆਂ ਸੋਚਾਂ ਵਿੱਚ ਖਚਤ ਕਰਨ ਨਾਲੋਂ ਸੁਨਿਸ਼ਚਿਤ ਕੱਲ ਨੂੰ ਸਵਾਰਨ ਵਿੱਚ ਲਾਈਏ ਤੇ ਵਕਤ ਰਹਿੰਦੇ ਭਾਵ ਕਿ ਅੱਜ ਹੀ ਸਮਝ ਲਈਏ, ਜਾਣ ਲਈਏ ਕਿ ਸਾਡਾ ਅੱਜ ਹੀ ਸਹੀ ਰੂਪ ਵਿੱਚ ਸਾਡਾ ਕੱਲ ਸਵਾਰ ਸਕਦਾ ਹੈ।
ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।